परम सन्मानयोग गुरु निवाजी साध संगत जीओ, सतगुरु जी की परम पवित्र हजूरी अंदर बैठ के आप जी ने नितनेम की बाणी दे पाठ उपरंत गुरबाणी कीर्तन सरवण कीते हैं। आओ हुण अपनियां मनोबिरतियां गुरबाणी की विचारधारा नाल जोड़िए। आपां जो पावन बचन श्री गुरु अर्जन देव साहब जी दे समझ रहे हाँ, ये पावन बचन सुखमनी साहब जी की 24वीं अष्टपदी का 6वां बंद है अते श्री गुरु ग्रंथ साहिब जी के अंक नंबर 296 ते दर्ज है। इस अष्टपदी का जो श्लोक आपां आरंभता वे समझिया सी, जिस विच सतगुरु जी ने सानू ये बचन समझाया सी, ज्ञान अंजन गुर दिया अज्ञान अंधेर विनाश, हर कृपा ते संत भेटिया नानक मन परगास। वाहिगुरु परमेश्वर की जदों कृपा होवे किसी जी ते किसी मनुख ते, उदों मनुख नूं गुरु की चरण छोह प्राप्त हुंदी है। गुरु कृपा करके अपने कोलों ज्ञान का सुरमा मनुख दियां नेत्रां विच पा दिंदा है, जिस दा सदका मनुखी मन विचों जो अज्ञानता दा हनेरा हुंदा है वो दूर हो जाता है। वाहिगुरू जी की कृपा नाल संत सतगुरु की प्राप्ति हुंदी है ते गुरु की कृपा नाल ज्ञान का प्रकाश हिरदे विच हुंदा है। सो जदों किसी मनुख दे हिरदे विच गुरु दे बख्शे हुए ज्ञान का प्रकाश होवे, उदों मनुख जो अपने जीवन विच कर्म कमाउंदा है, उन्हां विचों मुख दो कर्म जिहड़े हुंदे ने वो सिमरन अते सेवा हुंदे ने। बाकी बेअंत कर्म सानू सतगुरु जी करन वास्ते प्रेरणा करते हैं अते बेअंत अजय अवगुण हन जिन्हां दा त्यागन लई भी सानू सतगुरु जी आखदे ने। सो मुख कर्म ने साडे जीवन दे गुरु दे दस्से मुताबक सिमरन अते सेवा। ये मानो मनुख दे या इस तरह आखिए इस आत्मा दे परमात्मा तक उडारी मार के पहुँचन वास्ते दो पंख हुंदे हन। ये पंख होणगे ते आत्मा उडारी मार के अपने मालक परम पिता परमात्मा तक पहुँचेगी। जे ये पंख ना होए सेवा ते सिमरन वाले, फिर इस आत्मा का प्रभु तक पहुँचना मुश्किल होएगा। सो जदों मनुख नूं ये सोझी आ जाए, फिर वो जिथे होर बेअंत शुभ कर्म करदा है उहदे नाल नाल सेवा ते सिमरन की घालना आरंभ कर दिंदा है। ते जदों मनुख सेवा ते सिमरन की घाल करे, उदों इस नूं वाहिगुरू जी वल्लों बेअंत दातां प्राप्त हुंदियां हन। उन्हां दातां विचों सतगुरु जी ने इस पावन बंद विच कुछ इन्हां दातां दा वर्णन कीता है, जिन्हां विचों आपां नंबर 13 तक समझ चुके हाँ।
ਕਿ ਨਾਮ ਜਪਣ ਦੇ ਨਾਲ ਸਭ ਤੋਂ ਪਹਿਲਾਂ ਸਾਨੂੰ ਮੁਕਤੀ ਹਾਸਲ ਹੁੰਦੀ ਏ, ਸੁੱਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਏ, ਵਿਕਾਰਾਂ ਤੋਂ ਆਜ਼ਾਦੀ ਮਿਲ ਜਾਂਦੀ ਏ। ਸਾਰੀਆਂ ਰਿੱਧੀਆਂ ਸਿੱਧੀਆਂ ਮਨੁੱਖ ਕੋਲ ਆ ਜਾਂਦੀਆਂ ਨੇ, 9 ਖਜ਼ਾਨੇ ਮਨੁੱਖ ਕੋਲ ਆ ਜਾਂਦੇ ਨੇ। ਚੰਗੀ ਬੁੱਧੀ ਜਿਸ ਦੇ ਨਾਲ ਅਸੀਂ ਚੰਗੇ ਤੇ ਮੰਦੇ ਦਾ ਨਿਰਣਾ ਕਰ ਸਕੀਏ, ਉਹ ਪ੍ਰਾਪਤ ਹੁੰਦੀ ਏ। ਵਿਦਿਆ ਪ੍ਰਾਪਤ ਹੋ ਜਾਂਦੀ ਏ, ਜਪ ਤਪ ਹਾਸਲ ਹੁੰਦਾ ਹੈ, ਪ੍ਰਭੂ ਨਾਲ ਜੁੜਨ ਦਾ ਤਰੀਕਾ ਮਨੁੱਖ ਨੂੰ ਸਮਝ ਵਿੱਚ ਆ ਜਾਂਦਾ ਹੈ। ਫਿਰ ਉਹ ਮਨੁੱਖ ਪ੍ਰਭੂ ਦੇ ਧਿਆਨ ਵਿੱਚ ਜੁੜਦਾ ਹੈ। ਉਸ ਨੂੰ ਇਹ ਵੀ ਫਲ ਨਸੀਬ ਹੁੰਦਾ ਹੈ ਕਿ ਉਹ ਇਸ਼ਨਾਨ ਕਰਕੇ ਪ੍ਰਭੂ ਦੀ ਬੰਦਗੀ ਕਰਦਾ ਹੈ, ਉਹਦੇ ਮਨ ਤੇ ਤਨ ਦੋਵੇਂ ਅਰੋਗ ਹੋ ਜਾਂਦੇ ਨੇ। ਉਸ ਨੂੰ 4 ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਏ, ਜਿਸ ਵਿੱਚ ਧਰਮ, ਅਰਥ, ਕਾਮ ਤੇ ਮੋਕਸ਼, ਇਹ ਸਾਰੀਆਂ ਦੁਨੀਆ ਦੀਆਂ ਚੀਜ਼ਾਂ ਆ ਜਾਂਦੀਆਂ ਨੇ। ਤੇ ਫਿਰ ਉਸ ਦਾ ਕਮਲ ਪ੍ਰਗਾਸ ਹੁੰਦਾ ਹੈ। ਕਮਲ ਪ੍ਰਗਾਸ ਤੋਂ ਮਤਲਬ ਏ ਹਿਰਦੇ ਦਾ ਖਿੜਾਓ। ਮਨ ਵਿੱਚ ਕਦੀ ਫਿਰ ਮਨੁੱਖ ਮਾਯੂਸ ਨਹੀਂ ਹੁੰਦਾ, ਕਦੀ ਉਹ ਜੇ ਤਨ ਕਰਕੇ ਦੁੱਖ ਆ ਵੀ ਜਾਏ ਤੇ ਉਸ ਦੁੱਖ ਨੂੰ ਵੀ ਉਹ ਸੁੱਖ ਕਰਕੇ ਮੰਨਦਾ ਹੈ, ਕਿਉਂਕਿ ਉਹਦੇ ਹਿਰਦੇ ਦੀ ਖੁਸ਼ੀ ਇਹਨਾਂ ਸੰਸਾਰਿਕ ਤੇ ਸਰੀਰਕ ਦੁੱਖਾਂ ਨਾਲੋਂ ਕਿਤੇ ਵਡੇਰੀ ਹੁੰਦੀ ਹੈ। ਇਸ ਲਈ ਇਹ ਸਮਾਜਿਕ, ਪਰਿਵਾਰਕ ਤੇ ਸਰੀਰਕ ਜਿਹੜੇ ਦੁੱਖ ਹੁੰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਵਿੱਚ 3 ਤਾਪ ਆਖਿਆ ਜਾਂਦਾ ਹੈ, ਇਹ 3 ਤਾਪ ਉਸ ਕਮਲ ਵਿਗਾਸ ਦੀ ਜੋ ਖੁਸ਼ੀ ਏ ਉਸ ਦੇ ਨਾਲੋਂ ਕਿਤੇ ਛੋਟੇ ਹੁੰਦੇ ਨੇ, ਬਹੁਤ ਘੱਟ ਹੁੰਦੇ ਨੇ। ਇਸ ਲਈ ਮਨੁੱਖ ਫਿਰ ਇਹਨਾਂ ਦੀ ਪਰਵਾਹ ਨਹੀਂ ਕਰਦਾ। ਅੱਜ ਅਸੀਂ ਇਹ 2 ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਮਲ ਪ੍ਰਗਾਸ ਅਤੇ ਉਹ ਮਨੁੱਖ ਜਿਹਦਾ ਕਮਲ ਪ੍ਰਗਾਸ ਹੋ ਜਾਏ, ਕਮਲ ਵਿੱਚ ਖੇੜਾ ਆ ਜਾਏ, ਹਿਰਦਾ ਖੁਸ਼ ਹੋਵੇ, ਮਨ ਦੀ ਪ੍ਰਸੰਨਤਾ ਬਣ ਜਾਏ, ਉਹ ਫਿਰ ਸਾਰਿਆਂ ਵਿੱਚ ਰਹਿੰਦਾ ਹੋਇਆ, ਆਪਣੇ ਪਰਿਵਾਰ ਕੁਟੁੰਬ ਵਿੱਚ ਰਹਿੰਦਾ ਹੋਇਆ, ਇਹਨਾਂ ਸਾਰਿਆਂ ਤੋਂ ਉਦਾਸ ਭਾਵ ਉਪਰਾਮ ਰਹਿੰਦਾ ਹੈ, ਇਹਨਾਂ ਦੀ ਪਕੜ ਤੋਂ ਬਾਹਰ ਨਿਕਲ ਜਾਂਦਾ ਹੈ। ਰਹਿੰਦਾ ਤੇ ਪਰਿਵਾਰ ਦੇ ਵਿੱਚ, ਪਰ ਪਰਿਵਾਰ ਦੀ ਪਕੜ ਫਿਰ ਇਸ ਨੂੰ ਸਤਾਉਂਦੀ ਨਹੀਂ। ਜਿਵੇਂ ਆਮ ਮਨੁੱਖ ਨੂੰ ਪਰਿਵਾਰ ਦੀ ਪਕੜ ਨੇ ਐਸਾ ਜਕੜਿਆ ਹੋਇਆ ਹੈ ਕਿ ਦੁੱਖ ਕਿਸੇ ਹੋਰ ਨੂੰ ਹੁੰਦਾ ਹੈ ਤੇ ਦੁਖੀ ਇਹ ਆਪ ਹੋਈ ਜਾਂਦਾ ਹੈ। ਇਹ ਪਕੜ ਹੈ। ਸੋ ਆਓ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਮਲ ਪ੍ਰਗਾਸ ਜਿਹੜਾ ਹੈ, ਇਹਦੇ ਸੰਬੰਧ ਵਿੱਚ ਜੋ ਗੁਰਬਾਣੀ ਵਿੱਚੋਂ ਪ੍ਰਮਾਣ ਮਿਲਦੇ ਨੇ, ਪ੍ਰਮਾਣ ਤੇ ਬਹੁਤ ਸਾਰੇ ਮਿਲਦੇ ਨੇ, ਪਰ ਇਹ 2 ਪ੍ਰਮਾਣ ਮੈਂ ਆਪ ਜੀ ਨਾਲ ਸਾਂਝੇ ਕਰਾਂਗਾ। 2 ਤਰ੍ਹਾਂ ਨਾਲ ਕਮਲ ਦਾ ਖੇੜਾ ਜਾਂ ਵਿਗਾਸ ਜਾਂ ਅੰਦਰ ਦੀ ਖੁਸ਼ੀ ਵਿਦਵਾਨਾਂ ਨੇ ਲਿਖੀ ਏ। ਇੱਕ ਤੇ ਖੁਸ਼ੀ ਹੈ ਜਦੋਂ ਸਾਨੂੰ ਗੁਰੂ ਦਾ ਗਿਆਨ ਹਾਸਲ ਹੋ ਜਾਂਦਾ ਹੈ, ਚਾਹੇ ਅਸੀਂ ਗੁਰਬਾਣੀ ਪੜ੍ਹੀਏ ਚਾਹੇ ਨਹੀਂ ਪੜ੍ਹੀ, ਚਾਹੇ ਇਸ ਦੀ ਵਿਚਾਰ ਕੀਤੀ ਹੈ ਚਾਹੇ ਨਹੀਂ ਕੀਤੀ, ਇਹਦਾ ਕੀਰਤਨ ਕੀਤਾ ਹੈ ਜਾਂ ਨਹੀਂ ਕੀਤਾ, ਪਰ ਸਾਧ ਸੰਗਤ ਵਿੱਚ ਆ ਕੇ, ਮਹਾਂਪੁਰਸ਼ਾਂ ਕੋਲ ਬਹਿ ਕੇ ਗੁਰੂ ਦੇ ਬਚਨ ਸਮਝ ਵਿੱਚ ਆ ਗਏ ਨੇ ਕਿ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਸੇਵਾ ਤੇ ਸਿਮਰਨ ਨੇ ਸਾਡਾ ਸਾਥ ਦੇਣਾ ਹੈ, ਜਾਂ ਚੰਗੇ ਕਰਮਾਂ ਨੇ ਸਾਥ ਦੇਣਾ ਹੈ, ਜਾਂ ਸਾਡੀ ਆਤਮਾ ਦੇ ਸਾਥੀ ਚੰਗੇ ਗੁਣ ਬਣਨੇ ਨੇ। ਉਹ ਮਨੁੱਖ ਫਿਰ ਸਾਧ ਸੰਗਤ ਵਿੱਚੋਂ ਮਿਲੀ ਹੋਈ ਸਿੱਖਿਆ ਨੂੰ ਕਮਾਉਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਮਨੁੱਖ ਸੰਗਤ ਵਿੱਚੋਂ ਮਿਲੀ ਹੋਈ ਸਿੱਖਿਆ ਦੀ ਕਮਾਈ ਕਰਦਾ ਹੈ, ਤਿਵੇਂ ਤਿਵੇਂ ਉਹਦੇ ਅੰਦਰ ਗੁਣਾਂ ਦਾ ਨਿਵਾਸ ਹੁੰਦਾ ਹੈ ਤੇ ਔਗਣ ਨਿਕਲਣੇ ਆਰੰਭ ਹੋ ਜਾਂਦੇ ਨੇ।
ਜਿਵੇਂ ਜਿਵੇਂ ਮਨ ਵਿੱਚੋਂ ਔਗਣ ਨਿਕਲਦੇ ਜਾਣ ਤੇ ਗੁਣ ਆ ਕੇ ਵਸਦੇ ਜਾਣ, ਮਨੁੱਖ ਦੀ ਖੁਸ਼ੀ ਵੱਧਦੀ ਜਾਂਦੀ ਹੈ। ਮਿਸਾਲ ਦੇ ਤੌਰ ਤੇ ਜੇ ਅਸੀਂ ਆਪਣੇ ਹੀ ਜੀਵਨ ਵੱਲ ਝਾਤੀ ਮਾਰੀਏ, ਮੈਂ ਆਪਣੇ ਹੀ ਜੀਵਨ ਵੱਲ ਝਾਤੀ ਮਾਰਾਂ, ਤੇ ਇੱਕ ਵਕਤ ਸੀ ਕਿ ਉਹ ਸਾਰੇ ਹੀ ਔਗਣ ਅੰਦਰ ਮੌਜੂਦ ਸਨ ਜੋ ਇੱਕ ਗੁਰੂ ਤੋਂ ਟੁੱਟੇ ਹੋਏ ਮਨੁੱਖ ਦੇ ਅੰਦਰ ਹੁੰਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਹੁਣ ਸਾਰੇ ਕਿਤੇ ਔਗਣ ਨਿਕਲ ਗਏ ਨੇ, ਹੁਣ ਵੀ ਔਗਣ ਬਹੁਤ ਨੇ, ਪਰ ਇੱਕ ਇੱਕ ਔਗਣ ਕਰਕੇ ਜਿਵੇਂ ਜਿਵੇਂ ਜਾਂਦੇ ਰਹੇ, ਤਿਵੇਂ ਤਿਵੇਂ ਮਨ ਨੂੰ ਖੁਸ਼ੀ ਨਸੀਬ ਹੁੰਦੀ ਗਈ। ਕੇਸ ਕਟਾਉਣੇ ਛੱਡ ਦਿੱਤੇ, ਸ਼ਰਾਬ ਪੀਣੀ ਬੰਦ ਕਰ ਦਿੱਤੀ, ਮਾੜੇ ਲੋਕਾਂ ਕੋਲ ਬਹਿਣਾ ਛੱਡ ਦਿੱਤਾ। ਹੌਲੀ ਹੌਲੀ ਗੁਰੂ ਦੇ ਬਚਨ ਮੰਨ ਕੇ ਸਹਿਜੇ ਸਹਿਜੇ ਇੱਕ ਵਕਤ ਆਇਆ, ਅੰਮ੍ਰਿਤ ਛਕਿਆ, ਮਨੁੱਖ ਗੁਰੂ ਵਾਲਾ ਬਣ ਗਿਆ। ਇਹ ਖੁਸ਼ੀਆਂ ਵੀ ਤੇ ਇਹ ਖੇੜਾ ਵੀ ਬਹੁਤ ਹੀ ਵੱਡਾ ਹੁੰਦਾ ਹੈ, ਛੋਟਾ ਨਹੀਂ ਹੁੰਦਾ। ਮਨ ਦੀ ਖੁਸ਼ੀ, ਇਸ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਹੁੰਦੀ। ਇੱਕ ਤੇ ਇਹ ਖੁਸ਼ੀ ਹੁੰਦੀ ਹੈ ਕਮਲ ਵਿਗਾਸ ਜਾਂ ਕਮਲ ਪ੍ਰਗਾਸ, ਜਦੋਂ ਮਨੁੱਖ ਸੰਗਤ ਵਿੱਚ ਆ ਕੇ ਸ਼ੁਭ ਗੁਣਾਂ ਨੂੰ ਸੁਣ ਕੇ ਗੁਣਾਂ ਦਾ ਧਾਰਨੀ ਹੁੰਦਾ ਤੇ ਔਗਣਾਂ ਦਾ ਤਿਆਗ ਕਰਦਾ ਹੈ, ਤੇ ਉਹਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਉਸ ਨੂੰ ਵੀ ਕਮਲ ਵਿਗਾਸ ਆਖਦੇ ਨੇ। ਤੇ ਦੂਸਰਾ ਵਿਦਵਾਨਾਂ ਨੇ ਕਮਲ ਵਿਗਾਸ ਲਿਖਿਆ ਜਦੋਂ ਮਨੁੱਖ ਨਾਮ ਦਾ ਅਭਿਆਸ ਕਰਦਾ ਹੈ। ਉਹ ਆਪਣੇ ਜਿਹੜੇ ਸਾਡੇ ਸਵਾਸ ਚੱਲ ਰਹੇ ਨੇ, ਰਾਤ ਦਿਨੇ ਲਗਾਤਾਰ ਚੱਲਦੇ ਨੇ, ਇਹਨਾਂ ਉੱਤੇ ਕਾਬੂ ਪਾਉਂਦਾ ਹੈ। ਇਹਨਾਂ ਨੂੰ ਕਿਸੇ ਵਿਸ਼ੇਸ਼ ਢੰਗ ਵਿੱਚ ਲਿਆ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਤੇ ਇਸ ਦਾ ਹਿਰਦੇ ਰੂਪ ਕਮਲ ਪੁੱਠਾ ਹੋਇਆ ਹੋਇਆ ਉਹ ਉਸ ਵਿਧੀ ਨਾਲ ਸਿੱਧਾ ਹੋ ਜਾਂਦਾ ਹੈ। ਜਦੋਂ ਇਹਦਾ ਹਿਰਦਾ ਕਮਲ ਜੋ ਮਾਇਆ ਦੇ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਕਰਕੇ ਉਲਟਾ ਹੋਇਆ ਸੀ, ਨਾਮ ਸਿਮਰਨ ਦੇ ਅਭਿਆਸ ਨਾਲ ਜਦੋਂ ਸਿੱਧਾ ਹੋਵੇ, ਉਦੋਂ ਵੀ ਜਿਹੜੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿ ਜਾਂਦੀ। ਉਦੋਂ ਤੇ ਗੁਰੂ ਸਾਹਿਬ ਨੇ ਲਿਖਿਆ, ਹੁਣ ਲੋਟ ਪੋਟ ਹੋਏ ਗਈ ਆ, ਮਨੁੱਖ ਲੋਟ ਪੋਟ ਹੋ ਜਾਂਦਾ, ਇੰਨੀ ਖੁਸ਼ੀ ਮਿਲਦੀ ਏ, ਇੰਨਾ ਖੇੜਾ ਮਿਲਦਾ ਹੈ। ਸੋ ਗਿਆਨ ਦੇ ਨਾਲ ਖੁਸ਼ੀ ਹਾਸਲ ਕਰਨੀ, ਔਗਣਾਂ ਦਾ ਤਿਆਗ ਕਰਕੇ ਗੁਣਾਂ ਦੇ ਧਾਰਨੀ ਹੋ ਕੇ, ਇਸ ਖੁਸ਼ੀ ਦਾ ਅੰਤ ਪਾਰਾਵਾਰ ਵੀ ਨਹੀਂ। ਤੇ ਜਦੋਂ ਨਾਮ ਅਭਿਆਸ ਦੀ ਕਮਾਈ ਕਰਕੇ ਮਨੁੱਖ ਦਾ ਇਹ ਉਲਟਾ ਕਮਲ ਸਿੱਧਾ ਹੁੰਦਾ ਹੈ, ਉਸ ਦੀ ਖੁਸ਼ੀ ਦਾ ਵੀ ਕੋਈ ਬੰਨਾ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਜੀ ਦਾ ਪਾਵਨ ਬਚਨ, ਗੁਰ ਪ੍ਰਸਾਦ ਊਰਧ ਕਮਲ ਵਿਗਾਸ। ਗੁਰੂ ਦੀ ਕਿਰਪਾ ਨਾਲ ਊਰਧ ਮੈਨੇ ਉਲਟਾ, ਕਮਲ ਵਿਗਾਸ, ਜਦੋਂ ਉਹ ਸਿੱਧਾ ਹੁੰਦਾ ਹੈ ਤੇ ਉਦੋਂ ਵਿਗਾਸ ਮੈਨੇ ਖੁਸ਼ੀ ਪ੍ਰਾਪਤ ਹੁੰਦੀ ਏ। ਉਸ ਵਕਤ ਦੀ ਨਿਸ਼ਾਨੀ ਕੀ ਏ ਕਿ ਮੇਰਾ ਉਲਟਾ ਹੋਇਆ ਹੋਇਆ ਮਨ ਰੂਪੀ ਕਮਲ, ਹਿਰਦੇ ਰੂਪੀ ਕਮਲ ਹੁਣ ਸਿੱਧਾ ਹੋ ਗਿਆ, ਮਨ ਵਿੱਚ ਖੁਸ਼ੀ ਆ ਗਈ ਏ। ਉਸ ਦੀ ਨਿਸ਼ਾਨੀ ਕੀ ਏ? ਅੰਧਕਾਰ ਮਹਿ ਭਇਆ ਪ੍ਰਗਾਸ। ਤੇ ਗੁਰਬਾਣੀ ਵਿੱਚ ਤੇ ਐਸਾ ਵੀ ਲਿਖਿਆ ਹੈ ਕਿ ਕੋਟ ਸੂਰ ਨਾਨਕ ਪ੍ਰਗਾਸ। ਸਤਿਗੁਰੂ ਫਰਮਾਉਂਦੇ ਨੇ ਕਿ ਉਹ ਜਿਹੜਾ ਗਿਆਨ ਦਾ ਪ੍ਰਕਾਸ਼ ਏ, ਉਹ ਤੇ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨਾਲੋਂ ਵਧੇਰੇ ਹੁੰਦਾ ਹੈ। ਸੂਰਜ ਦੇ ਪ੍ਰਕਾਸ਼ ਵਿੱਚ ਤੇ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾਂਦਾ ਹੀ ਰਹਿੰਦਾ ਹੈ, ਉਹ ਔਗਣ ਕਮਾਉਂਦਾ ਹੀ ਰਹਿੰਦਾ ਹੈ, ਉਹ ਵਿਕਾਰ ਕਰਦਾ ਹੀ ਰਹਿੰਦਾ ਹੈ। ਪਰ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਇਹ ਮਨੁੱਖ ਔਗਣਾਂ ਤੇ ਵਿਕਾਰਾਂ ਦੇ ਫਿਰ ਠੇਡੇ ਨਹੀਂ ਖਾਂਦਾ, ਫਿਰ ਠੋਕਰਾਂ ਨਹੀਂ ਖਾਂਦਾ। ਉਸ ਨੂੰ ਆਖਦੇ ਨੇ ਅੰਧਕਾਰ ਮੈਂ ਭਇਆ ਪ੍ਰਗਾਸ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
ਜਿਨ ਕੀਆ ਸੋ ਗੁਰ ਤੇ ਜਾਣਿਆ। ਜਦੋਂ ਅੰਧਕਾਰ ਵਿੱਚ ਪ੍ਰਕਾਸ਼ ਹੋ ਜਾਏ, ਉਦੋਂ ਜਿਸ ਵਾਹਿਗੁਰੂ ਜੀ ਨੇ ਇਸ ਜੀਵ ਨੂੰ ਪੈਦਾ ਕੀਤਾ ਸੋ ਗੁਰ ਤੇ ਜਾਣਿਆ, ਉਸ ਵਾਹਿਗੁਰੂ ਜੀ ਨੂੰ ਗੁਰੂ ਦੀ ਰਾਹੀਂ ਮਨੁੱਖ ਪਹਿਚਾਨ ਲੈਂਦਾ ਹੈ, ਸਮਝ ਲੈਂਦਾ ਹੈ। ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਇਹ ਮੂਰਖ ਮਨ, ਇਹ ਅਮੋੜ ਮਨ ਫਿਰ ਗੁਰੂ ਦੀ ਕਿਰਪਾ ਨਾਲ ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ। ਹੁਣ ਮਨ ਵਿਕਾਰਾਂ ਦੇ ਅੜਿੱਕੇ ਚੜ੍ਹ ਕੇ ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਦੁਬਾਰਾ ਠੋਕਰਾਂ ਨਹੀਂ ਖਾਂਦਾ। ਇਸ ਨੂੰ ਵੀ ਕਮਲ ਪ੍ਰਗਾਸ ਆਖਦੇ ਨੇ। ਦੂਜਾ ਪ੍ਰਮਾਣ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ। ਆਪ ਜੀ ਫਰਮਾਉਂਦੇ ਨੇ, ਨਿਜ ਘਰ ਬੈਸ ਰਹੇ ਭਉ ਖਾਇਆ, ਧਾਵਤ ਰਾਖੇ ਠਾਕ ਰਹਾਇਆ। ਕਮਲ ਬਿਗਾਸ ਹਰੇ ਸਰ ਸੁਭਰ, ਆਤਮ ਰਾਮ ਸਖਾਈ ਹੈ। ਕਮਲ ਪ੍ਰਗਾਸ ਹੁੰਦਾ ਕਿਵੇਂ ਆ? ਨਿਜ ਘਰ ਬੈਸ ਰਹੇ ਭਉ ਖਾਇਆ, ਧਾਵਤ ਰਾਖੇ ਠਾਕ ਰਹਾਇਆ। ਜਦੋਂ ਮਨੁੱਖ ਆਪਣੇ 5 ਕਰਮ ਇੰਦਰੀਆਂ ਨੂੰ, 5 ਗਿਆਨ ਇੰਦਰੀਆਂ ਨੂੰ ਦੌੜਦਿਆਂ ਹੋਇਆਂ ਨੂੰ ਰੋਕ ਲੈਂਦਾ ਹੈ, ਜਦੋਂ ਮਨੁੱਖ ਦੀ ਵਿਚਾਰਧਾਰਾ ਵੀ ਠੀਕ ਹੋ ਜਾਂਦੀ ਏ, ਉਹ ਗੁਣਾਂ ਦੀ ਧਾਰਨੀ ਹੋ ਜਾਂਦੀ ਏ, ਤੇ ਮਨੁੱਖ ਦਾ ਸਰੀਰ ਵੀ ਹੁਣ ਔਗਣਾਂ ਵਾਲੇ ਪਾਸੇ ਨੂੰ ਚੱਲ ਕੇ ਨਹੀਂ ਜਾਂਦਾ, ਉਹ ਵੀ ਰੁਕ ਜਾਂਦਾ ਹੈ। ਇਸ ਨੂੰ ਧਾਵਤ ਰਾਖੇ ਠਾਕ ਰਹਾਇਆ ਆਖਦੇ ਨੇ। ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਣਾ ਤੇ ਸਰੀਰ ਤੇ ਕਰਮ ਤੇ ਗਿਆਨ ਇੰਦਰੀਆਂ ਨੂੰ ਵੀ ਮਾੜੇ ਪਾਸੇ ਨਾ ਜਾਣ ਦੇਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕ ਕੇ ਰੱਖਣਾ ਨਿਜ ਘਰ ਬੈਸ ਰਹੇ। ਨਿਜ ਘਰ ਭਾਵ ਦਸਮ ਦੁਆਰ ਵਿੱਚ ਟਿਕ ਕੇ ਬੈਠਾ ਰਵੇ, ਸੁਰਤ ਸ਼ਬਦ ਨਾਲ ਜੋੜ ਕੇ ਬੈਠਾ ਰਵੇ। ਇਹੋ ਜਿਹੀ ਅਵਸਥਾ ਵਿੱਚ ਮਰਨ ਦਾ ਡਰ ਜਿਹੜਾ ਉਹ ਲੱਥ ਜਾਂਦਾ ਹੈ। ਭਉ ਖਾਇਆ ਤੋਂ ਭਾਵੇ ਮਰਨ ਦਾ ਭਉ ਲੱਥ ਜਾਂਦਾ ਹੈ, ਜੰਮਣ ਦਾ ਡਰ ਮੁੱਕ ਜਾਂਦਾ ਹੈ, ਮਨ ਦਾ ਟਿਕਾ ਬਣ ਜਾਂਦਾ ਹੈ ਤੇ ਫਿਰ ਉਹ ਨਿਜ ਘਰ ਵਿੱਚ ਟਿਕ ਕੇ ਬੈਠਾ ਰਹਿੰਦਾ ਹੈ। ਕਮਲ ਬਿਗਾਸ ਹਰੇ ਸਰ ਸੁਭਰ। ਇਹੋ ਜਿਹੀ ਅਵਸਥਾ ਵਿੱਚ ਮਨੁੱਖੀ ਕਮਲ ਦਾ ਵਿਗਾਸ ਹੋਣਾ ਸ਼ੁਰੂ ਹੁੰਦਾ ਹੈ। ਮਨੁੱਖੀ ਹਿਰਦੇ ਵਿੱਚ ਖੇੜਾ ਤੇ ਪ੍ਰਸੰਨਤਾ ਆਉਣੀ ਸ਼ੁਰੂ ਹੁੰਦੀ ਏ। ਆਪਾਂ ਲੋਕਾਂ ਨੂੰ ਵੇਖਦੇ ਹਾਂ, ਆਪਾਂ ਆਪਣੇ ਵੱਲ ਵੀ ਝਾਤੀ ਮਾਰ ਕੇ ਵੇਖ ਲਈਏ। ਆਪਾਂ ਚੰਗੇ ਕਰਮ ਵੀ ਕਰਦੇ ਹਾਂ, ਗੁਰਦੁਆਰਾ ਸਾਹਿਬ ਵੀ ਆਉਂਦੇ ਹਾਂ, ਕਥਾ ਮੈਂ ਕਰਦਾ ਵੀ ਹਾਂ, ਤੁਸੀਂ ਸੁਣਦੇ ਵੀ ਹੋ, ਕੀਰਤਨ ਕਰਨ ਵਾਲੇ ਕੀਰਤਨ ਕਰਦੇ ਨੇ, ਆਪਾਂ ਸੁਣਦੇ ਹਾਂ, ਪਰ ਚਿਹਰੇ ਉੱਤੇ ਕੋਈ ਖੁਸ਼ੀ ਤੇ ਨਹੀਂ ਲੱਭਦੀ। ਸਾਰਿਆਂ ਦੇ ਚਿਹਰੇ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਕੋਈ ਉਦਾਸੀ ਛਾਈ ਹੋਵੇ, ਕੋਈ ਪ੍ਰਸੰਨਤਾ, ਕੋਈ ਖੁਸ਼ੀ, ਕੋਈ ਭਗਤਾਂ ਵਾਲਾ ਵਿਗਾਸ ਸਾਨੂੰ ਸਾਡੇ ਚਿਹਰਿਆਂ ਤੋਂ ਲੱਭਦਾ ਨਹੀਂ, ਨਜ਼ਰ ਨਹੀਂ ਆਉਂਦਾ, ਕਿਉਂਕਿ ਸਾਡਾ ਮਨ ਅਜੇ ਟਿਕਿਆ ਨਹੀਂ, ਸਾਡਾ ਮਨ ਅਜੇ ਨਿਜ ਘਰ ਵਿੱਚ ਨਹੀਂ ਗਿਆ। ਅਜੇ ਅਸੀਂ ਆਪਣੇ ਕਰਮ ਤੇ ਗਿਆਨ ਇੰਦਰੀਆਂ ਨੂੰ ਦੌੜਦਿਆਂ ਹੋਇਆਂ ਨੂੰ ਰੋਕ ਨਹੀਂ ਸਕੇ। ਅਜੇ ਸਾਡਾ ਮੌਤ ਦਾ ਡਰ ਲੱਥਾ ਨਹੀਂ, ਜਿਸ ਕਰਕੇ ਸਾਡੇ ਚਿਹਰੇ ਤੇ ਰੌਣਕ ਨਹੀਂ, ਜਿਸ ਕਰਕੇ ਖੁਸ਼ੀ ਨਹੀਂ। ਜਦੋਂ ਇਹ ਕਮਲ ਵਿਗਾਸ ਹੋਵੇ, ਜਦੋਂ ਇਹ ਅਵਸਥਾ ਬਣੇ, ਉਦੋਂ ਹਰੇ ਸਰ ਸੁਭਰ। ਇਹ ਸਾਡੇ ਜਿਹੜੇ ਗਿਆਨ ਇੰਦਰੇ ਨੇ, ਇਹ ਮਾਨੋ ਸਰੋਵਰ ਨੇ। ਇਹ ਸਰੋਵਰ ਹੁਣ ਅਗਿਆਨਤਾ ਨਾਲ, ਵਿਕਾਰਾਂ ਨਾਲ, ਮਾਇਆ ਰੂਪੀ ਜ਼ਹਿਰ ਨਾਲ ਭਰੇ ਹੋਏ ਨੇ। ਫਿਰ ਇਹੋ ਹੀ ਕਰਮ ਇੰਦਰੇ, ਇਹੋ ਹੀ ਸਾਡੇ ਗਿਆਨ ਇੰਦਰੇ ਫਿਰ ਅੰਮ੍ਰਿਤ ਨਾਲ ਭਰ ਜਾਣੇ ਨੇ। ਫਿਰ ਸਾਡੀ ਸੋਚ ਵਿੱਚ ਅੰਮ੍ਰਿਤ, ਸਾਡੇ ਹਿਰਦੇ ਵਿੱਚ ਅੰਮ੍ਰਿਤ, ਸਾਡੇ ਕਰਮਾਂ ਵਿੱਚ ਅੰਮ੍ਰਿਤ। ਭਾਵ ਮਨੁੱਖ ਹੁਣ ਸੱਚ ਬੋਲੇਗਾ, ਉਹ ਝੂਠ ਕਦੇ ਨਹੀਂ ਬੋਲੇਗਾ। ਉਹ ਹੁਣ ਚੰਗੇ ਕਰਮ ਕਰੇਗਾ, ਕਦੀ ਮਾੜੇ ਨਹੀਂ ਕਰੇਗਾ। ਸੋ ਇਸ ਤਰ੍ਹਾਂ ਉਹਦੇ ਜਿਹੜੇ ਇਹ ਗਿਆਨ ਇੰਦਰੇ ਨੇ, ਇਹ ਸਾਰੇ ਦੇ ਸਾਰੇ ਅੰਮ੍ਰਿਤ ਨਾਲ ਭਰ ਜਾਣਗੇ। ਤੇ ਫਿਰ ਇਹ ਮਨੁੱਖ ਇਸ ਤਰ੍ਹਾਂ ਮਹਿਸੂਸ ਕਰੇਗਾ, ਆਤਮ ਰਾਮ ਸਖਾਈ ਹੈ। ਹੁਣ ਮੇਰੀ ਆਤਮਾ ਦਾ ਸਖਾ,
ਮੇਰੀ ਆਤਮਾ ਦਾ ਮਿੱਤਰ ਸੱਜਣ ਪਰਮਾਤਮਾ ਬਣ ਗਿਆ। ਉਹ ਹੁਣ ਮੇਰਾ ਹਰ ਵਕਤ ਮਦਦਗਾਰ ਹੈ, ਮੇਰਾ ਸਹਾਈ ਹੈ। ਉਸ ਖੁਸ਼ੀ ਦਾ ਕੋਈ ਅੰਤ ਪਾਰਾਵਾਰ ਨਹੀਂ ਹੋਏਗਾ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਏਗੀ ਕਿ ਹੁਣ ਮੈਨੂੰ ਮੌਤ ਦਾ ਡਰ, ਕਿਸੇ ਵਿਕਾਰ ਦਾ ਡਰ ਨਹੀਂ ਰਿਹਾ, ਕਿਉਂਕਿ ਹੁਣ ਪਰਮਾਤਮਾ ਮੇਰਾ ਮਦਦਗਾਰ ਬਣ ਗਿਆ ਹੈ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣੇਗੀ, ਉਦੋਂ ਇਹ ਕਮਲ ਪ੍ਰਗਾਸ ਹੋਵੇਗਾ, ਕਮਲ ਖਿੜ ਪਵੇਗਾ। ਤੇ ਕਿਸ ਮਨੁੱਖ ਦਾ ਖਿੜੇਗਾ? ਜਿਹੜਾ ਗੁਰੂ ਤੋਂ ਗਿਆਨ ਹਾਸਲ ਕਰਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੇਗਾ। ਇੱਕ ਵਕਤ ਆਏਗਾ ਉਸ ਦਾ ਇਹ ਹਿਰਦੇ ਰੂਪ ਕਮਲ ਸਿੱਧਾ ਹੋ ਜਾਏਗਾ ਤੇ ਮਨ ਵਿੱਚ ਖੁਸ਼ੀਆਂ ਤੇ ਖੇੜੇ ਭਰ ਜਾਣਗੇ। ਫਿਰ ਜਦੋਂ ਇਹੋ ਜਿਹੀ ਅਵਸਥਾ ਬਣੇਗੀ ਤਾਂ ਫਿਰ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ, ਇਹੋ ਜਿਹਾ ਮਨੁੱਖ ਸਭ ਕੈ ਮੱਧ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਸਾਰਿਆਂ ਤੋਂ ਉਦਾਸ ਹੋ ਜਾਏਗਾ। ਇਹਨੂੰ ਫਿਰ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾਣ ਦੀ ਲੋੜ ਨਾ ਰਹੇਗੀ। ਇਹਨੂੰ ਫਿਰ ਪਰਿਵਾਰ ਬੁਰਾ ਨਹੀਂ ਲੱਗੇਗਾ, ਸਮਾਜ ਬੁਰਾ ਨਹੀਂ ਲੱਗੇਗਾ। ਇਸ ਨੂੰ ਸਾਰੇ ਦੁਸ਼ਮਣ ਵੀ ਸੱਜਣ ਲੱਗਣ ਲੱਗ ਪੈਣਗੇ ਜਦੋਂ ਇਹਦਾ ਕਮਲ ਵਿਗਾਸ ਹੋਇਆ, ਜਦੋਂ ਇਹਦਾ ਉਲਟਾ ਮਨ ਸਿੱਧਾ ਹੋ ਗਿਆ, ਜਦੋਂ ਗੁਰੂ ਦੇ ਗਿਆਨ ਰੂਪ ਸੁਰਮਾ ਇਹਦੇ ਹਿਰਦੇ ਰੂਪ ਅੱਖਾਂ ਵਿੱਚ ਪੈ ਗਿਆ ਤੇ ਉਦੋਂ ਇਹਦੇ ਅਗਿਆਨਤਾ ਦਾ ਹਨੇਰਾ ਮਿਟ ਗਿਆ। ਫਿਰ ਇਹਦੀ ਇਹ ਅਵਸਥਾ ਬਣੇਗੀ ਕਿ ਦੁਸ਼ਮਣ ਵੀ ਹੁਣ ਸੱਜਣ ਨੇ, ਪਰ ਇਸ ਸੰਸਾਰ ਵਿੱਚ, ਇਸ ਪਰਿਵਾਰ ਵਿੱਚ, ਇਸ ਸਮਾਜ ਵਿੱਚ ਰਹਿੰਦਾ ਹੋਇਆ ਇਹਨਾਂ ਤੋਂ ਉਪਰਾਮ ਹੋ ਜਾਏਗਾ, ਰਵੇਗਾ ਵਿੱਚ, ਪਰ ਇੱਕ ਤਰ੍ਹਾਂ ਨਾਲ ਵੱਖਰਾ। ਆਓ ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਨੁੱਖ ਇਸ ਪਰਿਵਾਰ, ਸਮਾਜ ਤੇ ਸੰਸਾਰ ਵਿੱਚ ਰਹਿੰਦਾ ਹੋਇਆ ਇਸ ਤੋਂ ਵੱਖਰਾ ਕਿਵੇਂ ਰਹਿੰਦਾ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਬਚਨ ਨੇ, ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ। ਅਸੀਂ ਉੱਤੇ ਗੱਲ ਕੀਤੀ ਕਿ ਜਦੋਂ ਗੁਰੂ ਗਿਆਨ ਬਖਸ਼ਿਸ਼ ਕਰਦਾ ਹੈ, ਮਨੁੱਖ ਮੁੱਖ ਰੂਪ ਵਿੱਚ ਪਹਿਲੇ ਦੋ ਕਰਮ ਸ਼ੁਰੂ ਕਰਦਾ ਹੈ, ਸੇਵਾ ਤੇ ਸਿਮਰਨ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ। ਗੁਰੂ ਗਿਆਨ ਦਿੰਦਾ ਹੈ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਤੇ ਮਨੁੱਖ ਫਿਰ ਮਾਨਵਤਾ ਦੀ ਸੇਵਾ ਵਿੱਚ ਲੱਗ ਜਾਂਦਾ ਹੈ, ਜੀਵਾਂ ਦੀ ਸੇਵਾ ਵਿੱਚ ਲੱਗ ਜਾਂਦਾ ਹੈ। ਜਿਸ ਨੂੰ ਉਹ ਆਪ ਲਾਵੇ ਇਹ ਉਹ ਹੀ ਲੱਗਦਾ ਹੈ, ਹਰ ਬੰਦਾ ਨਹੀਂ ਲੱਗ ਸਕਦਾ। ਬਹੁਤ ਲੋਕ ਜਿਹੜੇ ਸਾਹਮਣੇ ਵੇਖ ਰਹੇ ਨੇ ਕਿ ਕੋਈ ਮਨੁੱਖ ਤੜਫ ਰਿਹਾ ਹੈ, ਉਹਨੂੰ ਸੇਵਾ ਦੀ ਲੋੜ ਹੈ, ਉਹਨੂੰ ਹੈਲਪ ਦੀ ਲੋੜ ਹੈ, ਉਹਨੂੰ ਸਹਾਇਤਾ ਚਾਹੀਦੀ ਹੈ, ਉਹ ਕੋਲੋਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਨੇ। ਪਰ ਕੋਈ ਹੋਰ ਮਨੁੱਖ ਆਉਂਦਾ ਹੈ, ਉਹ ਵੇਖਦਾ ਕਿ ਕੋਈ ਰਾਹ ਵਿੱਚ ਬੈਠਾ ਹੋਇਆ ਹੈ ਜਾਂ ਕਿਤੇ ਖਲੋਤਾ ਹੈ, ਉਸ ਨੂੰ ਹੈਲਪ ਜਾਂ ਸੇਵਾ ਜਾਂ ਉਸ ਨੂੰ ਸਹਾਇਤਾ ਦੀ ਲੋੜ ਹੈ, ਉਹ ਭੱਜ ਕੇ ਉਹਦੇ ਕੋਲ ਜਾ ਕੇ ਪੁੱਛਦਾ, ਲਿਆ ਮੈਂ ਦੱਸ, ਮੈਂ ਤੇਰੀ ਕੀ ਸਹਾਇਤਾ ਕਰਾਂ, ਕੀ ਤੇਰੀ ਮਦਦ ਕਰਾਂ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ। ਇਹ ਸਾਡੇ ਵੱਸ ਦੀ ਗੱਲ ਨਹੀਂ। ਸੇਵਾ ਦਾ ਮੌਕਾ ਬਣਦਾ ਹੈ, ਅਸੀਂ ਖੁੰਝਾ ਬੈਠਦੇ ਹਾਂ। ਸਿਮਰਨ ਦਾ ਮੌਕਾ ਬਣਿਆ ਹੁੰਦਾ, ਅਸੀਂ ਖੁੰਝਾ ਬੈਠਦੇ ਹਾਂ। ਪਰ ਜਿਨ੍ਹਾਂ ਉੱਤੇ ਮਾਲਕ ਦਇਆਵਾਨ ਹੋ ਜਾਏ, ਉਹ ਫਿਰ ਨਾ ਸੇਵਾ ਦਾ ਬਣਿਆ ਹੋਇਆ ਮੌਕਾ ਖਜਾਉਂਦੇ ਨੇ ਤੇ ਨਾ ਸਿਮਰਨ ਦਾ ਮੌਕਾ ਖਜਾਉਂਦੇ ਨੇ। ਅਸੀਂ ਬਹੁਤ ਵਾਰੀ ਵੇਖਦੇ ਹਾਂ, ਲੋਕ ਗੁਰੂ ਘਰ ਵਿੱਚ ਆ ਕੇ ਵੀ ਕੀਰਤਨ ਨਹੀਂ ਸੁਣਦੇ, ਕਥਾ ਨਹੀਂ ਸੁਣਦੇ, ਬਾਣੀ ਦਾ ਪਾਠ ਨਹੀਂ ਸੁਣਦੇ। ਉਹ ਆਪਣੀਆਂ ਗੱਲਾਂ ਵਿੱਚ ਲੱਗੇ ਨੇ, ਆਪਣੇ ਹੋਰ ਕੰਮਾਂ ਧੰਦਿਆਂ ਵਿੱਚ ਲੱਗੇ ਨੇ। ਇੱਕ ਤਰ੍ਹਾਂ ਨਾਲ ਉਹ ਇਹ ਮੌਕਾ ਖੁੰਝਾ ਰਹੇ ਨੇ। ਉਹਨਾਂ ਨੂੰ ਨਹੀਂ ਖੁੰਝਾਉਣਾ ਚਾਹੀਦਾ, ਸਭਨਾਂ ਨੂੰ ਚਾਹੀਦਾ ਹੈ। ਸਤਿਗੁਰੂ ਨੇ ਸਾਨੂੰ ਇਹ ਵਕਤ ਦਿੱਤਾ ਹੈ, ਹਰ ਸ਼ੁੱਕਰਵਾਰ ਨੂੰ ਇਹ 2 ਹੀ ਤੇ ਘੰਟੇ ਨੇ ਸਾਡੇ ਕੋਲ, 7 ਤੋਂ 9 ਵਜੇ ਤੱਕ। ਅਸੀਂ ਬੰਦਗੀ ਕਿਉਂ ਨਹੀਂ ਕਰ ਲੈਂਦੇ ਇਹਨਾਂ 2 ਘੰਟਿਆਂ ਵਿੱਚ? ਇਹਨਾਂ 2 ਘੰਟਿਆਂ ਵਿੱਚ ਅਸੀਂ ਸਤ ਸੰਗਤ ਕਿਉਂ ਨਹੀਂ ਕਰ ਲੈਂਦੇ? ਅਸੀਂ ਹੋਰ ਬਾਕੀ ਚੀਜ਼ਾਂ ਕਿੰਨੇ 22 ਘੰਟੇ ਹੋਰ ਬਚੇ ਸਾਡੇ ਕੋਲ, ਉਹਨਾਂ 22 ਘੰਟਿਆਂ ਵਿੱਚ ਅਸੀਂ ਹੋਰ ਕੁਝ ਕਰ ਲਵਾਂਗੇ। ਆਪਾਂ ਇਹ ਨਹੀਂ ਕਹਿੰਦੇ ਵੀ ਬਾਕੀ ਕਰਮ ਕਰਨੇ ਨਹੀਂ, ਪਰ ਬਾਕੀ 22 ਘੰਟੇ ਵੀ ਤੇ ਸਾਡੇ ਕੋਲ ਹੋਰ ਨੇ।
ਜ਼ਰੂਰੀ ਥੋੜ੍ਹਾ ਹੈ ਕਿ ਇਹਨਾਂ 2 ਘੰਟਿਆਂ 'ਚ ਹੀ ਅਸੀਂ ਸਭ ਕੁਝ ਕਰਨਾ ਹੈ। ਇਹ 2 ਘੰਟੇ ਸਾਡੇ ਰਾਖਵੇਂ ਹੋਣੇ ਚਾਹੀਦੇ ਨੇ ਕੇਵਲ ਸਤਸੰਗਤ ਵਾਸਤੇ, ਕੇਵਲ ਪ੍ਰਭੂ ਦੀ ਬੰਦਗੀ ਵਾਸਤੇ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਬਾਣੀ ਦੇ ਕੀਰਤਨ, ਕਥਾ ਤੇ ਪਾਠ ਦਾ ਆਨੰਦ ਮਾਣਨ ਵਾਸਤੇ ਕਮ ਸੇ ਕਮ ਇਹ 2 ਘੰਟੇ ਤੇ ਰੱਖ ਲਈਏ। ਪਰ ਸਾਡੇ ਵੱਸ ਦੀ ਕਹਾਣੀ ਨਹੀਂ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਫਿਰ ਇਹੋ ਜਿਹੇ ਮਨੁੱਖ ਦਾ ਗੁਰੂ ਦੀ ਸਿੱਖਿਆ ਰਾਹੀਂ, ਸ਼ਬਦ ਦਾ ਮਤਲਬ ਇੱਥੇ ਹੈ ਸਿੱਖਿਆ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਜਿਹੜੇ ਮਨੁੱਖ ਨੂੰ ਵਾਹਿਗੁਰੂ ਸੇਵਾ ਤੇ ਸਿਮਰਨ ਵਿੱਚ ਲਾ ਲਵੇ, ਉਸ ਦੇ ਭਰਮ ਅਤੇ ਮੌਤ ਦਾ ਡਰ, ਇਹ ਦੋਵੇਂ ਚੀਜ਼ਾਂ ਭੱਜ ਜਾਂਦੀਆਂ, ਉਹਦੇ ਨੇੜੇ ਨਹੀਂ ਆਉਂਦੀਆਂ। ਇਹੋ ਜਿਹਾ ਮਨੁੱਖ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਗੁਰੂ ਜੀ ਨੇ ਉਦਾਹਰਨ ਲਈ ਹੈ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਪਰ ਪਾਣੀ ਤੋਂ ਉੱਚਾ ਰਹਿੰਦਾ ਹੈ। ਸਿਆਣੇ ਦੱਸਦੇ ਨੇ ਕਿ ਕਮਲ ਦਾ ਫੁੱਲ, ਉਹਦੀ ਜੜ ਜਿਹੜੀ ਹੈ ਉਹ ਚਿੱਕੜ ਵਿੱਚ ਹੁੰਦੀ ਹੈ, ਥੱਲੇ ਮਿੱਟੀ ਵਿੱਚ ਹੁੰਦੀ ਹੈ, ਤੇ ਆਪ ਉਹ ਪਾਣੀ ਤੋਂ ਉੱਚਾ ਹੁੰਦਾ ਹੈ। ਪਾਣੀ 1 ਫੁੱਟ ਹੋਵੇ, ਭਾਵੇਂ 2 ਫੁੱਟ ਹੋਵੇ ਤੇ ਭਾਵੇਂ 10 ਫੁੱਟ ਹੋਵੇ। ਤੇ ਸਿਆਣੇ ਇਹ ਵੀ ਦੱਸਦੇ ਨੇ ਵੀ ਜੇ ਉਸੇ ਹੀ ਸਰੋਵਰ ਵਿੱਚ, ਉਸੇ ਹੀ ਤਲਾਬ ਵਿੱਚ ਬਾਹਰੋਂ ਹੋਰ ਪਾਣੀ ਪੈ ਜਾਏ, ਉਹ ਕਮਲ ਦਾ ਫੁੱਲ ਉਹਦੇ ਵਿੱਚ ਡੁੱਬਦਾ ਨਹੀਂ। ਉਹ ਥੋੜ੍ਹੇ ਹੀ ਸਮੇਂ ਵਿੱਚ ਆਪਣੀ ਉਸ ਤਣੇ ਨੂੰ ਇੰਨਾ ਵਧਾ ਲੈਂਦਾ ਹੈ ਕਿ ਉਹ ਪਾਣੀ ਤੋਂ ਫਿਰ ਬਾਹਰ ਨਿਕਲ ਜਾਂਦਾ ਹੈ। ਇਹ ਉਹਦੀ ਖੂਬੀ ਹੈ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਇਹ ਪਾਣੀ ਦੇ ਵਿੱਚ ਕਮਲ ਦੇ ਰਹਿਣ ਵਾਲੀ ਉਦਾਹਰਨ ਗੁਰੂ ਜੀ ਨੇ ਲਈ ਹੀ ਤਾਂ ਹੈ ਕਿ ਉਹਦੇ ਉੱਤੇ ਨਾ ਚਿੱਕੜ ਦਾ ਪ੍ਰਭਾਵ ਹੁੰਦਾ ਹੈ ਤੇ ਨਾ ਪਾਣੀ ਦਾ ਪ੍ਰਭਾਵ ਹੁੰਦਾ ਹੈ। ਇਹਨਾਂ ਦੋਵਾਂ ਤੋਂ ਉੱਚਾ ਰਹਿੰਦਾ ਹੈ। ਇਹ ਮਨੁੱਖ ਤੂੰ ਜ਼ਿੰਦਗੀ ਵਿੱਚ ਇਸ ਤਰ੍ਹਾਂ ਗ੍ਰਸਤ ਵਿੱਚ ਰਹਿੰਦਾ ਹੋਇਆ ਇਸ ਮਾਇਆ ਦੀ ਕਾਲਖ ਦੇ ਪ੍ਰਭਾਵ ਤੋਂ ਉੱਚਾ ਰਹੇ। ਮਾਇਆ ਦੀ ਕਾਲਖ ਆਪਣੇ ਅੰਦਰ, ਆਪਣੇ ਹਿਰਦੇ ਵਿੱਚ ਲੱਗਣ ਨਾ ਦੇ, ਬਚ ਕੇ ਨਿਕਲ ਜਾ। ਸੋ ਜਿਹੜਾ ਮਨੁੱਖ ਸੇਵਾ ਤੇ ਸਿਮਰਨ ਵਿੱਚ ਲੱਗ ਜਾਏ, ਅਸੀਂ ਉੱਤੇ ਸਮਝ ਲਿਆ ਕਿ 2 ਪੰਖ ਨੇ, ਜਿਵੇਂ ਪੰਛੀ ਦੇ 2 ਪੰਖ ਹੁੰਦੇ ਨੇ, ਉਹ ਪੰਖਾਂ ਦੇ ਸਹਾਰੇ ਉਡਾਰੀ ਮਾਰ ਕੇ ਆਕਾਸ਼ ਵਿੱਚ ਜਾ ਸਕਦਾ ਹੈ। ਇਸ ਜੀਵ ਆਤਮਾ ਨੇ ਇਹਨਾਂ ਖੰਭਾਂ ਦੇ ਸਹਾਰੇ, ਸੇਵਾ ਤੇ ਸਿਮਰਨ ਦੇ ਸਹਾਰੇ ਉਡਾਰੀ ਮਾਰ ਕੇ ਪਰਮੇਸ਼ਰ ਤੱਕ ਪਹੁੰਚਣਾ ਹੈ। ਤੇ ਜਿਸ ਜੀਵ ਦੇ ਕੋਲ ਫਿਰ ਇਹ ਸੇਵਾ ਤੇ ਸਿਮਰਨ ਰੂਪ 2 ਖੰਭ ਹੋਣਗੇ, ਉਹ ਫਿਰ ਗ੍ਰਸਤ ਵਿੱਚ ਰਹਿੰਦਾ ਹੋਇਆ ਇਸ ਤੋਂ ਉਪਰਾਮ ਰਹੇਗਾ। ਇਹਨਾਂ 2 ਖੰਭਾਂ ਨਾਲ ਉਡਾਰੀ ਮਾਰ ਕੇ ਇਸ ਤੋਂ ਉੱਚਾ ਰਹੇਗਾ। ਫਿਰ ਉਹ ਗ੍ਰਸਤ ਦੇ ਇਹਨਾਂ ਝਮੇਲਿਆਂ ਵਿੱਚ ਫਸੇਗਾ ਨਹੀਂ, ਭਾਵੇਂ ਗ੍ਰਸਤ ਦੇ ਕੰਮ ਸਾਰੇ ਹੀ ਕਰੇਗਾ। ਦੂਸਰਾ ਪ੍ਰਮਾਣ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਆਪ ਜੀ ਆਖਦੇ ਨੇ, ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖ ਆਪ ਪਛਾਣਿਆ। ਜਿਸ ਰੱਬ ਦੇ ਪਿਆਰੇ ਨੇ ਗੁਰੂ ਦੀ ਰਾਹੀਂ ਆਪਣੇ ਆਪੇ ਦੀ ਪਹਿਚਾਣ ਕਰ ਲਈਏ, ਉਹ ਗ੍ਰਸਤੀ ਵੀ ਪ੍ਰਵਾਨ ਹੈ ਤੇ ਉਹ ਗ੍ਰਸਤ ਵਿੱਚ ਰਹਿੰਦਾ ਹੋਇਆ ਉਦਾਸੀ ਵੀ ਪ੍ਰਵਾਨ ਹੈ। ਅਸਲ ਵਿੱਚ ਉਹ ਹੀ ਰੱਬ ਦਾ ਦਾਸ ਹੈ, ਚਾਹੇ ਉਹ ਗ੍ਰਸਤੀ ਹੈ ਤੇ ਚਾਹੇ ਉਦਾਸੀ ਹੈ, ਜਿਸ ਨੇ ਆਪਣੇ ਆਪੇ ਨੂੰ ਪਹਿਚਾਨ ਲਿਆ। ਨਾਨਕ ਕਹੈ ਅਵਰ ਨਹੀਂ ਦੂਜਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹੋ ਜਿਹੇ ਮਨੁੱਖ ਦੀ ਨਿਗਾਹ ਵਿੱਚ, ਇਹੋ ਜਿਹੇ ਮਨੁੱਖ ਦੀ ਵਿਚਾਰਧਾਰਾ ਵਿੱਚ ਕੋਈ ਹੋਰ ਦੂਜਾ ਨਹੀਂ ਰਹਿ ਜਾਂਦਾ, ਕਿਉਂਕਿ ਸਾਚ ਸ਼ਬਦ ਮਨ ਮਾਨਿਆ। ਉਹਦਾ ਸੱਚੇ ਸ਼ਬਦ ਵਿੱਚ ਮਨ ਮੰਨ ਗਿਆ ਹੁੰਦਾ, ਪਤੀਜ ਗਿਆ ਹੁੰਦਾ। ਭਗਤ ਕਬੀਰ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਕਿ ਉਦਾਸੀ ਆਉਂਦੀ ਕਿਵੇਂ ਆ। ਮਨੁੱਖ ਗ੍ਰਸਤ ਵਿੱਚ ਰਹਿੰਦਾ ਹੋਇਆ ਗ੍ਰਸਤ ਦੇ ਝਮੇਲਿਆਂ ਤੋਂ ਉਦਾਸ ਹੋਵੇ, ਗ੍ਰਸਤ ਵਿੱਚ ਆਉਂਦੇ ਸੁੱਖ ਤੇ ਦੁੱਖ ਇਸ ਨੂੰ ਸੁਖੀ ਤੇ ਦੁਖੀ ਨਾ ਕਰ ਪਾਣ, ਇਹ ਉਦਾਸੀ ਆਉਂਦੀ ਕਿਵੇਂ ਆ, ਇਹ ਉਪਰਾਮਤਾ ਆਉਂਦੀ ਕਿਵੇਂ ਆ। ਕਬੀਰ ਸਾਹਿਬ ਉੱਤੇ ਆਈ, ਉਹਨਾਂ ਨੇ ਲਿਖ ਕੇ ਸਾਨੂੰ ਸਮਝਾ ਦਿੱਤਾ ਕਿ ਉਦਾਸੀ ਇਸ ਤਰ੍ਹਾਂ ਆਉਂਦੀ ਹੈ। ਕਿਵੇਂ? ਕਬੀਰ ਹਾਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ।
ਤੁਹਾਡਾ ਤੇ ਕੰਮ ਨਹੀਂ, ਮੇਰਾ ਤੇ ਕੰਮ ਹੈ, ਕਿਉਂਕਿ ਮੈਂ ਗੁਰਦੁਆਰੇ ਦਾ ਗ੍ਰੰਥੀ ਹਾਂ, ਇਹ ਮੇਰੀ ਜੌਬ ਹੈ। ਤੇ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਨਾਲ ਗਿਆ ਜਿਨ੍ਹਾਂ ਨੇ ਪ੍ਰਾਣ ਤਿਆਗੇ ਉਹਨਾਂ ਦੇ ਸੰਸਕਾਰ ਕਰਨ ਲਈ, ਜਾਂਦਾ ਰਹਿਣਾ। ਤੇ ਮੈਨੂੰ ਬਹੁਤ ਕਈ ਵਾਰੀ ਉਪਰਾਮਤਾ ਆਉਂਦੀ ਹੈ ਸਿਰਫ ਉਹਨਾਂ ਨੂੰ ਵੇਖ ਕੇ, ਵੀ ਕੱਲ੍ਹ ਅਜਿਹਾ ਬੰਦਾ ਇੰਨਾ ਹੰਕਾਰ ਪਿਆ ਕਰਦਾ ਸੀ, ਮੇਰੇ ਇੰਨੇ ਘਰ ਉੱਥੇ ਇੰਡੀਆ 'ਚ, ਮੇਰੀਆਂ ਇੰਨੀਆਂ ਕੋਠੀਆਂ, ਐਡੀਆਂ ਮੇਰੀਆਂ ਉੱਥੇ ਫੈਕਟਰੀਆਂ, ਤੇ ਇੰਨਾ ਕੁਝ ਮੇਰਾ ਇੱਥੇ। ਹੁਣ ਕੀ ਹੋਇਆ? ਇਹ ਬੰਦਾ ਉਹੋ ਹੀ ਏ, ਉਹ ਹੀ ਸਰੀਰ, ਉਹੋ ਹੀ ਅੱਖਾਂ, ਕੰਨ, ਨੱਕ, ਜੀਭ, ਲੱਤਾਂ, ਪੈਰ, ਹਰ ਚੀਜ਼ ਇਹਦੀ ਉਹ ਹੈ। ਪਰ ਇਹਦਾ ਉਹ ਸਭ ਕੁਝ ਕਿੱਥੇ ਚਲਾ ਗਿਆ? ਇਹਨੂੰ ਹੁਣ ਅਸੀਂ ਉਹ ਬਾਕਸ ਵਿੱਚ ਬੰਦ ਕਰਕੇ ਅੰਦਰ ਪਾ ਦਿੱਤਾ ਹੈ, ਤੇ ਹੁਣੇ ਬਟਨ ਨੱਪਣਾ ਤੇ ਸਭ 1.5 ਕਿਲੋ ਰਾਖ ਉਹਨਾਂ ਕੱਢ ਕੇ ਸਾਨੂੰ ਅਗਲੇ ਦਿਨ ਫੜਾ ਦੇਣੀ। ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਮੈਂ ਚੀਜ਼ ਰੋਜ਼ ਵੇਖਦਾ। ਇਹ ਜਗ ਜਰਤਾ ਦੇਖ ਕੇ, ਇਸ ਸੰਸਾਰ ਨੂੰ ਸੜਦਿਆਂ ਵੇਖ ਕੇ, ਭਾਵ ਇਹ ਮਨੁੱਖਾ ਸਰੀਰ ਛੱਡਦਿਆਂ ਨੂੰ ਵੇਖ ਕੇ, ਤੇ ਜੋ ਕੁਝ ਕੀਤਾ ਸੀ ਇੱਥੇ ਹੀ ਪਿਆ ਰਹਿ ਜਾਂਦਾ, ਖਾਲੀ ਹੱਥ ਮਨੁੱਖ ਜਾਂਦਾ ਹੈ ਪਿਆ, ਭਇਓ ਕਬੀਰ ਉਦਾਸ। ਆਹ ਕੁਝ ਹੁੰਦਾ ਵੇਖ ਕੇ ਮੈਂ ਉਪਰਾਮ ਹੋਇਆ ਹਾਂ। ਕਬੀਰ ਸਾਹਿਬ ਆਖਦੇ ਨੇ, ਆਪਾਂ ਤੇ ਨਹੀਂ ਹੋਏ, ਆਪਾਂ ਤੇ ਫਿਰ ਉੱਥੇ ਹੀ ਜਦੋਂ ਸੰਸਕਾਰ ਕਰਕੇ ਘਰ ਪਰਤ ਆਉਂਦੇ ਹਾਂ, ਤੇ ਬਸ ਉਹਨਾਂ ਹੀ ਝਮੇਲਿਆਂ 'ਚ ਫਿਰ ਉਲਝ ਜਾਂਦੇ ਹਾਂ, ਤੇ ਉਹ ਪਿਛਲਾ ਸਮਾਂ ਸਾਨੂੰ ਭੁੱਲ ਹੀ ਜਾਂਦਾ ਹੈ। ਪਰ ਕਬੀਰ ਜੀ ਨੂੰ ਕਦੇ ਨਾ ਭੁੱਲਾ। ਉਹ ਆਖਦੇ ਨੇ, ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਮੈਂ ਤੇ ਭਾਈ ਉਦਾਸ ਇਸ ਤਰ੍ਹਾਂ ਹੋਇਆ ਕਿ ਸਾਰੀ ਦੁਨੀਆ ਤੁਰੀ ਜਾਂਦੀ ਹੈ, ਇੱਥੇ ਰਹਿਣ ਵਾਲੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਹਾਗ, ਉਹਦਾ ਮਤਲਬ ਵੀ ਆ ਹੀ ਹੈ, ਕੁਛ ਨਹੀਂ ਪਿਆ ਬਚਦਾ, ਸਭ ਸੜ ਕੇ ਸੁਆਹ ਹੁੰਦਾ ਜਾਂਦਾ, ਤੇ ਆਖਰ ਇਸ ਸਰੀਰ ਨੇ ਵੀ ਉਸੇ ਰਸਤੇ ਲੰਘਣਾ ਹੈ। ਬਸ ਇਹ ਹੈ ਉਪਰਾਮਤਾ। ਜੇ ਕਿਸੇ ਨੂੰ ਆ ਜਾਏ ਇਹ ਗੱਲ ਸਮਝ ਕਿ ਇੱਕ ਦਿਨ ਮੌਤ ਨੇ ਝਪੱਟਾ ਮਾਰਨਾ ਹੈ, ਤੇ ਮੇਰੇ ਪ੍ਰਾਣ ਉਹਨੇ ਕੱਢ ਕੇ ਲੈ ਜਾਣੇ ਨੇ। ਫਰੀਦ ਜੀ ਨੇ ਕਿਆ ਸੋਹਣਾ ਲਿਖਿਆ ਹੋਇਆ ਉਹਨਾਂ ਦੇ ਫਰੀਦ ਸਾਹਿਬ ਦੇ ਸਲੋਕਾਂ ਵਿੱਚ। ਪਹਿਲੇ ਹੀ 3-4 ਸਲੋਕ ਬੜੇ ਪੜ੍ਹਨ ਵਾਲੇ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੋਇਆ ਹੈ ਕਿ ਜੰਮ ਨੇ ਆਉਣਾ, ਹੱਡ ਕੜਕਾ ਕੇ ਇਸ ਸਰੀਰ ਦੇ ਤੇ ਵਿੱਚੋਂ ਆਤਮਾ ਨੂੰ ਕੱਢ ਕੇ ਉਹਨੇ ਲੈ ਜਾਣਾ ਹੈ। ਜੇ ਇੰਨੀ ਕੁ ਗੱਲ ਸਮਝ ਆ ਜਾਏ ਤੇ ਅਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਗ੍ਰਸਤ ਤੋਂ ਉਪਰਾਮ ਹੋ ਸਕਦੇ ਹਾਂ, ਉੱਚੇ ਉੱਠ ਸਕਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰਨ, ਅਸੀਂ ਇਹਨਾਂ ਬਚਨਾਂ ਨੂੰ ਸਮਝ ਸਕੀਏ। ਕਮਲ ਪ੍ਰਗਾਸ ਕਿਵੇਂ ਹੁੰਦਾ ਹੈ, ਤੇ ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਸਭਨਾਂ ਤੋਂ ਉਦਾਸ ਕਿਵੇਂ ਰਹੀਦਾ ਹੈ। ਸਾਡਾ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ ਜੇ ਆਹ ਬਚਨ ਸਮਝ ਵਿੱਚ ਆ ਜਾਣ। ਅੱਗੇ 4 ਬਚਨ ਰਹਿ ਗਏ ਨੇ, ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਫਰਾਈਡੇ ਨੂੰ ਇੱਕੋ ਕਥਾ ਵਿੱਚ ਇਹਨਾਂ ਸਾਰਿਆਂ ਨੂੰ ਆਪਾਂ ਸੰਖੇਪ ਰੂਪ ਵਿੱਚ ਸਮਝ ਸਕੀਏ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।